ਵਿੱਚ ਉਹਨੂੰ ਮਜ਼ਹਬ ਕਿਹਾ ਜਾਂਦਾ। ਕਹਿ ਲੱਗੇ ਉਹ ਮਜ਼ਹਬ ਬਣਾ ਲੈ ਆਪਣੇ ਆਪਣੇ ਧਰਮ, ਤੇ ਹਰ ਕੋਈ ਇੱਕ ਦੂਜੇ ਨਾਲ ਖਹਿਣ ਲੱਗ ਪਿਆ, ਈਰਖਾ ਕਰਨ ਲੱਗ ਪਿਆ, ਦੂਜੇ ਨੂੰ ਮਾੜਾ ਕਹਿਣ ਲੱਗ ਪਿਆ। ਲੈ ਦੇ ਕੇ ਸਾਰਿਆਂ ਦੀ ਇਹ ਬਣ ਗਈ ਖਿਆਲ ਬਈ ਇਹ ਸਾਰੇ ਦੇ ਸਾਰਿਆਂ ਨੇ ਗ੍ਰਸਤ ਨੂੰ ਮਾੜਾ ਕਹਿਣਾ ਆਰੰਭ ਕਰ ਦਿੱਤਾ, ਕਿਸੇ ਥੋੜਾ ਕਿਸੇ ਬਹੁਤਾ। ਤੇ ਗ੍ਰਸਤ ਜਨਨੀ ਮਾਤਾ ਮਾਂ ਉਹਨੂੰ ਆਦ ਤੋਂ ਗਾਂ ਹੀ ਲੈ ਗਏ। ਕਿਸੇ ਨੇ ਕਹਿ ਦਿੱਤਾ ਰੱਬ ਦੀ ਮਜ਼ੇਦਾਰ ਗਲਤੀ, ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ ਕਿਹਾ ਇਸ ਔਰਤ ਵਿੱਚ ਆਤਮਾ ਹੀ ਨਹੀਂ ਹੈ, ਔਰ ਕਿਸੇ ਨੇ ਕੁਝ ਕਿਹਾ ਜੀ। ਪਰ ਭਾਈ ਸਾਹਿਬ ਕਹਿੰਦੇ ਸਕਲਾ ਗ੍ਰਸਤ ਕੀ ਸਾਖਾ ਉਨਮਾਨੀਏ। ਕਹਿੰਦੇ ਜਿੰਨੇ ਧਰਮ ਜਿੰਨੇ ਫਿਰਕੇ ਪੈਦਾ ਹੋਏ ਨਾ ਸੰਸਾਰ ਵਿੱਚ, ਚਾਹੇ ਜੋਗੀ ਨੇ, ਜੰਗਮ ਨੇ, ਸਰੇਵਰੜੇ ਨੇ, ਜੈਨੀ ਨੇ, ਬੋਧੀ ਨੇ, ਔਰ ਬੁੱਧ ਭਿਕਸ਼ੂ ਨੇ, ਕੋਈ ਵੀ ਨੇ, ਕਹਿੰਦੇ ਸਾਰੇ ਗ੍ਰਸਤ ਇਹਨਾਂ ਦਾ ਮੋਢੇ ਗ੍ਰਸਤ ਧਰਮ, ਇਹ ਟਾਹਣੀਆਂ ਪੱਤੇ ਇਹਦੇ ਵਿੱਚੋਂ ਉਪਜੇ ਹੋਏ ਨੇ, ਗ੍ਰਸਤੀਆਂ ਦੇ ਵਿੱਚੋਂ ਪੈਦਾ ਹੋਏ ਨੇ। ਤੇ ਕਿਵੇਂ ਤੁਸੀਂ ਇਹਨੂੰ ਨਿੰਦ ਸਕਦੇ ਹੋ? ਕਿਸ ਤਰ੍ਹਾਂ ਨਿੰਦ ਸਕਦੇ ਹੋ? ਇਹਦੇ ਤੋਂ ਬਗੈਰ ਤਾਂ ਕੋਈ ਇਹਦੀ ਪੁਦਾਇਸ਼ ਹੀ ਹੈ ਨਹੀਂ, ਹੈ ਤਾਂ ਕਿਸੇ ਮਾਂ ਬਾਪ ਦੇ ਜਾਏ ਨਾ, ਤਨ ਕਿੱਥੋਂ ਆਇਆ ਜੇ? ਤੇ ਜਿੱਥੋਂ ਉਪਜੇ ਹੋ ਉਹਨੂੰ ਮਾੜਾ ਨੇ ਕਹੀ ਜਾਂਦੇ ਹੋ, ਤੇ ਫਿਰ ਕਿਹੜੀ ਜਗ੍ਹਾ ਨੂੰ ਚੰਗਾ ਕਹੋਗੇ? ਤੁਹਾਡਾ ਭਲਾ ਕਿੱਥੇ ਹੋਵੇਗਾ? ਭਲਾ ਕਿਤੇ ਨਹੀਂ ਹੋਣਾ। ਭਾਈ ਸਾਹਿਬ ਕਹਿੰਦੇ ਸਰਬੋਤਮ ਸਾਰਿਆਂ ਤੋਂ ਵੱਡਾ ਔਰ ਜਿਹੜਾ ਹੈ ਉਹ ਹੈ, ਔਰ ਪਿਆਰਿਓ ਗ੍ਰਸਤੀ, ਗ੍ਰਸਤ ਧਰਮ। ਇਹ ਬਾਕੀ ਸਾਰੇ ਇਹਦੂ ਛੋਟੇ ਦੇ ਵਿੱਚੋਂ ਉਪਜੀਆਂ ਸਾਖਾਂ ਨੇ। ਤਿਆਗਣਾ ਗ੍ਰਸਤ ਨੂੰ ਨਹੀਂ, ਗ੍ਰਸਤ ਨੂੰ ਨਾ ਛੱਡੋ, ਪਰਿਵਾਰਾਂ ਨੂੰ ਨਾ ਛੱਡੋ। ਔਰ ਕਿਹਨੂੰ ਛੱਡਣਾ ਹੈ? ਮਹਾਰਾਜ ਕਹਿੰਦੇ ਤਿਆਗਣਾ ਤਿਆਗਨ ਨੀਕਾ, ਤਿਆਗ ਕਰਨਾ ਚੰਗਾ, ਪਰ ਪਰਿਵਾਰ ਨੂੰ ਨਹੀਂ ਕਿਹਾ ਛੱਡ ਕੇ ਭਾਜਾ, ਕਾਰੋਬਾਰ ਨੂੰ ਨਹੀਂ ਕਿਹਾ, ਜ਼ਿੰਮੇਵਾਰੀਆਂ ਨੂੰ ਨਹੀਂ ਕਿਹਾ ਛੱਡ ਕੇ ਭਾਜਾ। ਔਰ ਕਾਮ ਕ੍ਰੋਧ ਲੋਭ ਤਿਆਗਣਾ, ਇਹ ਚੀਜ਼ਾਂ ਤਿਆਗਣੀਆਂ ਸੀ, ਇਹ ਤਾਂ ਤਿਆਗੀਆਂ ਹੀ ਨਹੀਂ, ਇਹ ਤਾਂ ਛੱਡੀਆਂ ਹੀ ਨਹੀਂ। ਨਾ ਲੋਭ ਛੱਡਿਆ, ਨਾ ਕ੍ਰੋਧ ਛੱਡਿਆ, ਨਾ ਵਾਸ਼ਨਾਵਾਂ ਛੱਡੀਆਂ ਨੇ, ਔਰ ਉਹ ਉਤਪਨ ਹੁੰਦੀਆਂ ਹੀ ਰਹਿੰਦੀਆਂ ਨੇ। ਔਰ ਮਹਾਰਾਜ ਨੇ ਤਾਂ ਬਚਨ ਕੀਤੇ ਸਨ, ਤਿਆਗੀਏ ਗੁਮਾਨ ਮਾਨ, ਮਨ ਦੇ ਅੰਦਰੋਂ ਗੁਮਾਨ ਤਿਆਗ, ਮਾਨ ਤਿਆਗ, ਪੇਖਤਾ ਉਹਨੂੰ ਵੇਖ ਕੇ ਤਿਆਗ, ਔਰ ਉਹਨਾਂ ਨੂੰ ਲੱਭ ਲੱਭ ਕੇ ਛੱਡ। ਬਈ ਇੱਥੇ ਵੀ ਉਤਪਨ ਹੁੰਦਾ, ਇੱਥੇ ਵੀ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਣ। ਜਿਹੜਾ ਦਇਆ ਦਾ ਘਰ ਹੈ ਨਾ, ਮਨ ਨੂੰ ਉਹਦੇ ਚਰਨਾਂ ਦੀ ਰੇਨ ਧੂੜੀ ਬੁਣਾ, ਉਹਦੇ ਚਰਨੀ ਪਾ, ਉਹਦੇ ਚਰਨੀ ਲਾ, ਫਿਰ ਤਿਆਗ ਹੋਣਾ ਹੀ, ਨਹੀਂ ਤੇ ਤਿਆਗ ਨਹੀਂ ਹੋਣਾ। ਭਾਈ ਸਾਹਿਬ ਕਹਿੰਦੇ ਨੇ ਸਾਰੀਆਂ ਸਾਖਾਂ ਔਰ ਬਾਕੀ ਸਾਰੀਆਂ ਸਾਖਾਂ ਨੇ ਤੇ ਸਾਰਿਆਂ ਦਾ ਮੋਢੇ ਗ੍ਰਸਤ ਧਰਮ, ਗ੍ਰਸਤ ਧਰਮ। ਇਹਦੇ ਨਾਲੋਂ ਵੱਧ ਕੇ ਉੱਪਰ ਵੱਡਾ ਕੋਈ ਨਹੀਂ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ। ਭਾਈ ਸਾਹਿਬ ਅਗਲੇ ਕਬਿਤ ਦੁਆਰਾ ਔਰ ਬੜੇ ਪ੍ਰੇਮ ਨਾਲ ਦੱਸਦੇ ਨੇ, ਭਾਈ ਗੁਰਦਾਸ ਸਾਹਿਬ ਆਪ ਭਾਵੇਂ ਗ੍ਰਸਤੀ ਨਹੀਂ ਸਨ, ਪਰ ਉਹਨਾਂ ਨੇ ਇਹਦੇ ਤੋਂ ਕਤਰਾਇਆ ਨਹੀਂ, ਇਹਦੀ ਨਿੰਦਾ ਨਹੀਂ ਕੀਤੀ, ਇਹਦੀ ਉਪਮਾ ਰੱਜ ਕੇ ਕੀਤੀ। ਤੇ ਕਰਨ ਵਾਲੇ ਜਿਹੜੇ ਸਨ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ, ਔਰ ਇਹਦੇ ਨਾਲ ਔਰ ਨਿੰਦਾ ਨਹੀਂ ਕੀਤੀ, ਘਿਰਣਾ ਨਹੀਂ ਕੀਤੀ। ਕੋਈ ਕਹਿੰਦਾ ਜੀ ਮੈਂ ਬੀਬੀ ਦੇ ਮੱਥੇ ਨਹੀਂ ਲੱਗਣਾ, ਮੇਰੇ ਕੋਲ ਔਰ ਉਹਦਾ ਚਿਹਰਾ ਨਾ ਦਿਸੇ, ਕੋਈ ਕੁਝ ਕਹੀ ਜਾਂਦਾ ਹੈ। ਉਹ ਭਲਿਓ ਔਰ ਜਗਤ ਜਨਨੀ ਆ, ਗੁਰਬਾਣੀ ਨੇ ਕਿਹਾ ਭੰਡ ਜੰਮੀਏ ਭੰਡ ਨਿਮੀਏ, ਭੰਡ ਹੋਵੇ ਪੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਔਰ ਜੇ ਗ੍ਰਸਤ ਧਰਮ ਨੂੰ ਪਾਸੇ ਕਰ ਦਿਓ ਤੇ ਪੱਲੇ ਪਿੱਛੇ ਕੁਝ ਨਹੀਂ ਰਹਿੰਦਾ। ਭਾਈ ਸਾਹਿਬ ਕਹਿੰਦੇ ਜਿਵੇਂ ਸਾਰੀਆਂ ਨਦੀਆਂ ਨਾਲੇ ਬੜੇ ਸਰੋਵਰ ਬੜੇ ਦਰਿਆਵ ਨੇ, ਇਹਨਾਂ ਸਾਰਿਆਂ ਨਾਲੋਂ ਵੱਡਾ ਹੈ ਸਮੁੰਦਰ। ਸਮੁੰਦਰ ਨਾਲੋਂ ਵੱਧ ਕੇ ਵਡਿਆਈ ਕਿਸੇ 'ਚ ਨਹੀਂ।
ना किसी दरियाव दी, ना तलाब दी, ना किसी नदी दी, सारियां नूं वड्डा है समुंदर। ते जो कोई समुंदर का नां लै दे फिर सारे चुप कर जाते, उदों बाद प्रमाण कोई नहीं रह जाता भी वहन वालियां नदियां ਉਹਦੇ ਅੱਗੇ ਛੁਟਿਆ ਜਾਂਦੀਆਂ, ਨਿੱਕੀਆਂ ਹੋ ਜਾਂਦੀਆਂ, ਉਹਦੇ ਵਿੱਚ ਉਪਜਦੀਆਂ, ਉਹਦੇ ਵਿੱਚ ਕਈ ਕਈ ਸਮਾ ਜਾਂਦੀਆਂ, ਉਹਦੇ ਤੁੱਲ ਨਹੀਂ ਤੁੱਲ ਸਕਦੀਆਂ। ਭਾਈ ਸਾਹਿਬ ਕਹਿੰਦੇ ਮੇਰ ਮੈਂ ਸੋ ਮੇਰ ਵੱਡੋ ਜਗਤ ਬਖਾਨ ਹੈ। ਜਿੰਨੇ ਪਹਾੜ ਨੇ ਔਰ ਇਹਨਾਂ ਸਾਰਿਆਂ ਦੇ ਵਿੱਚੋਂ ਸਮੇਰ ਪਰਬਤ ਜਿਹੜਾ ਹੈ ਉਹਨੂੰ ਵੱਡਾ ਮੰਨਿਆ ਗਿਆ ਹੈ। ਸਾਰੇ ਪਹਾੜਾਂ ਵਿੱਚੋਂ ਉਹ ਸਵਰਨ ਰੰਗ ਦਾ ਪਹਾੜ ਜਿਹੜਾ ਹੈ ਉਹਨੂੰ ਵੱਡਾ ਮੰਨਿਆ ਗਿਆ। ਕਹਿੰਦੇ ਉਹਦੇ ਤੁੱਲ ਨਹੀਂ। ਜਦੋਂ ਕੋਈ ਸਮੇਰ ਪਰਬਤ ਦੀ ਗੱਲ ਕਰ ਦੇਵੇ ਕਹਿੰਦੇ ਉਦੋਂ ਚੁੱਪੀ ਛਾ ਜਾਂਦੀ, ਉਹਦੇ ਅੱਗੇ ਉਹਦੇ ਤੁੱਲ ਉਹਦੇ ਬਰਾਬਰ ਉਹਦੇ ਜਿੱਡਾ ਕੋਈ ਨਹੀਂ। ਔਰ ਨਦੀਆਂ ਨਾਲਿਆਂ ਚੋਂ ਵੱਡਾ ਸਮੁੰਦਰ ਔਰ ਪਰਬਤਾਂ ਵਿੱਚੋਂ ਵੱਡਾ ਸਮੇਰ ਪਰਬਤ ਕਹਿੰਦੇ ਜਗਤ ਵਿੱਚ ਬਖਾਨ ਕਹਿਆ ਜਾਂਦਾ ਹੈ, ਪ੍ਰਮਾਣ ਦਿੱਤਾ ਜਾਂਦਾ ਹੈ, ਆਖਿਆ ਜਾਂਦਾ ਹੈ। भाई साहब कहते तरवर बेके जैसे चंदन बिरख बड्डो। कहते तरवर वृक्ष और उन्हां विचों चंदन वड्डा, और चंदना नालों वध के और जिहड़ी है सुगंधता किहे दे कोल नहीं, वो दूजिआं नूं सुगंधित कर देंदा, सुगंधी भर देंदा। ਉਹਦੀ ਉਪਮਾ ਵੱਡੀ ਦੂਜਿਆਂ ਨਾਲੋਂ, ਸਾਰਿਆਂ ਨਾਲੋਂ ਉਹਦੇ ਪ੍ਰਮਾਣ ਮਿਲਦੇ, ਉਹਨੂੰ ਕਵੀ ਪ੍ਰਮਾਣ ਕਰਦੇ। ਔਰ ਕਹਿਣ ਲੱਗੇ ਜਿਵੇਂ ਉਹਦੀ ਬਿਰਸ਼ਾਂ ਦੇ ਵਿੱਚੋਂ ਚੰਦਨ ਦੀ ਵਡਿਆਈ। ਕਹਿੰਦੇ ਧਾਤਨ ਮੈਂ ਕਣਕ ਅਤਿ ਉਤਮ ਕੈ ਮਾਨ ਹੈ। ਧਾਤਾਂ ਜਿੰਨੀਆਂ ਨੇ ਸੰਸਾਰ ਦੇ ਵਿੱਚ, ਜਿਸ ਤੇ ਲੋਹਾ ਹੈ, ਪਿਤਲੀ ਹੈ, ਤਾਂਬਾ ਹੈ ਆਦਿ ਜਿੰਨੀਆਂ ਧਾਤਾਂ ਵੀ, ਸਾਰਿਆਂ ਦੇ ਵਿੱਚੋਂ ਸੋਨੇ ਦੀ ਧਾਤ ਜਿਹੜੀ ਆ ਨਾ, ਸੋਨਾ ਇਹ ਵੀ ਇੱਕ ਧਾਤ ਹੀ ਆ, ਤੇ ਇਸ ਨੂੰ ਬੜਾ ਉੱਤਮ ਮੰਨਿਆ ਜਾਂਦਾ, ਵੱਡਾ ਕਿਹਾ ਜਾਂਦਾ ਬਈ ਸੋਨਾ ਸਰਬੋਤਮ ਹੈ। ਕਹਿਣ ਲੱਗੇ ਜਿਵੇਂ ਇਹ ਔਰ ਉੱਚਾ ਕਿਹਾ ਜਾਂਦਾ ਹੈ ਬਈ ਸਾਰਿਆਂ ਤੋਂ ਸੋਨਾ ਵੱਡਾ ਮਾਣ ਪਾਉਂਦਾ। ਤੇ ਅੱਗੇ ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ, ਕਹਿੰਦੇ ਪੰਛੀਆਂ ਮੈਂ ਹੰਸ। ਜਿੰਨੇ ਪੰਛੀ ਪਰਾਂ ਵਾਲੇ, ਉਡਾਰੀ ਮਾਰਨ ਵਾਲੇ, ਉਹਨਾਂ ਵਿੱਚੋਂ ਸਭ ਤੋਂ ਵਡਿਆਈ ਤੇ ਸਰਬੋਤਮਤਾ ਪ੍ਰਾਪਤ ਹੈ ਹੰਸ ਨੂੰ। ਹੰਸ ਉਹਨਾਂ ਚੋਂ ਵੱਡਾ। ਮਿਰਗ ਰਾਜਨ ਮੈਂ ਸਾਰਦੂਲ। ਮਿਰਗ ਰਾਜ, ਮਿਰਗਾਂ ਦਾ ਰਾਜਾ, ਜੰਗਲ ਦਾ ਰਾਜਾ ਸ਼ੇਰ। ਉੱਥੇ ਲਕੜ ਬੱਗੇ ਵੀ ਨੇ, ਉੱਥੇ ਚੀਤੇ ਵੀ ਨੇ, ਉੱਥੇ ਆਮ ਸ਼ੇਰ ਵੀ ਨੇ, ਪਰ ਸਾਰਿਆਂ ਚੋਂ ਕਿਹੜੀ ਸ਼ੇਰ ਵੱਡਾ? ਸਾਰਿਆਂ ਚੋਂ ਉਹਨੂੰ ਸਾਰਦੂਲ ਵੀ ਕਹਿੰਦੇ ਨੇ। ਔਰ ਉਹ ਜਿਹੜਾ ਸ਼ੇਰ ਸਾਰਿਆਂ ਤੋਂ ਵੱਡਾ, ਉਹਦੇ ਬਰਾਬਰ ਤਾਂ ਕੋਈ ਨਹੀਂ। ਤੇ ਕਹਿੰਦੇ ਰਾਗਨ ਮੈਂ ਸ੍ਰੀ ਰਾਗ। ਰਾਗ ਸਾਰੇ ਹੀ ਨੇ, ਪਰ ਸਾਰਿਆਂ ਵਿੱਚੋਂ ਸਰਬੋਤਮ ਸ੍ਰੀ ਰਾਗ। ਔਰ ਸ੍ਰੀ ਰਾਗ, ਰਾਗਾਂ ਦੇ ਵਿੱਚੋਂ ਸ੍ਰੀ ਰਾਗ ਵੱਡਾ। ਪਾਰਸ ਪਖਾਨ ਹੈ। ਕਹਿੰਦੇ ਸਾਰਿਆਂ ਚੋਂ ਪਾਰਸ ਸ਼ੋ ਕਿ ਧਾਤਾਂ ਨੂੰ ਸੋਨਾ ਬਣਾ ਦੇਣ ਵਾਲਾ। ਪਾਰਸ ਉਦੋਂ ਵੀ ਉਪਮਾ ਵਾਲਾ ਹੋ ਗਿਆ। ਪੱਥਰਾਂ ਦੇ ਵਿੱਚੋਂ ਸਾਰਿਆਂ ਚੋਂ, ਗੀਟਿਆਂ ਚੋਂ ਪਾਰਸ ਨੂੰ ਵੱਡਾ ਗਿਣਿਆ ਗਿਆ ਕਿ ਕੋਈ ਵੀ ਪੱਥਰ ਦਾ ਟੁਕੜਾ ਪਾਰਸ ਦੀ ਬਰਾਬਰਤਾ ਹੀ ਨਹੀਂ ਕਰਦਾ। ਭਾਈ ਸਾਹਿਬ ਇਹ ਸਾਰਿਆਂ ਤੋਂ ਵੱਡਾ। ਪੱਥਰਾਂ ਚੋਂ ਪਾਰਸ, ਰਾਗਾਂ ਚੋਂ ਸ੍ਰੀ ਰਾਗ, ਔਰ ਸ਼ੇਰਾਂ ਵਿੱਚੋਂ ਔਰ ਸਰਦੂਲ ਕੇਰੀ ਸ਼ੇਰ, ਪੰਛੀਆਂ ਚੋਂ ਹੰਸ, ਔਰ ਪਿਆਰਿਓ ਧਾਤਾਂ ਵਿੱਚੋਂ ਸੋਨਾ, ਤੇ ਬਿਰਸ਼ਾਂ ਵਿੱਚੋਂ ਚੰਦਨ, ਤੇ ਨਦੀਆਂ ਨਾਲਿਆਂ ਸਰੋਵਰਾਂ ਦਰਿਆਵਾਂ ਨਾਲੋਂ ਵੱਡਾ ਸਮੁੰਦਰ। ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਕਹਿੰਦੇ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ। ਕਹਿੰਦੇ ਜੇ ਦੁਨੀਆ ਦਾ ਕੋਈ ਗਿਆਨ ਇਕੱਠਾ ਕਰੇ, ਕਹੇ ਮੇਰੇ ਵਰਗਾ ਵਿਦਵਾਨ, ਮੇਰੇ ਜਿੰਨੀ ਵਿਦਵਤਾ, ਭਾਈ ਸਾਹਿਬ ਕਹਿੰਦੇ ਨਹੀਂ, ਜਿਹਦੇ ਕੋਲ ਗਿਆਨ ਗੁਰੂ ਦਾ, ਗੁਰਮਤ ਦਾ ਹੈ ਨਾ, ਵੱਡਾ ਉਹ ਆ। ਔਰ ਇਹਦੇ ਤੁਲ ਕੋਈ ਗਿਆਨ ਨਹੀਂ। ਗੁਰਮਤ ਦੇ, ਬ੍ਰਹਮ ਦੇ ਗਿਆਨ ਦੇ ਤੁਲ, ਪਰਮਾਤਮਾ ਦੇ ਗਿਆਨ ਦੇ ਤੁਲ, ਪ੍ਰਕਾਸ਼ ਦੇ ਉਹਦੇ ਤੁਲ
जेड़े ज्ञान ने आके अंदर प्रकाश कर देना है, रोशनी कर देनी है और परमात्मा बना देना है, उहदे तुल कोई ज्ञान नहीं। ते ध्यान गुरु दे चरनां च जेड़े सिख दा टिक जावे, उहदे तुल कोई ध्यान नहीं। वो ध्यान फिर उखड़दा ही नहीं। वो ध्यान चरनां च लगा होया कुल कायनात दी जानकारी रखदा है। उत्थे ध्यान जोड़िया कुल कायनात नदर आउण लग जांदी है भी हो की रिहा है। फिर नदर उथों हटाउण दी लोड़ नहीं। और गुरु दा ध्यान वड्डा है, क्यों? गुरु दा ज्ञान वड्डा है। गुरु दे चरनां च ध्यान टिक गया, ज्ञान प्रकाश प्राप्त हो जाएगा, अज्ञान मिट जाएगा। ज्ञान नाल अज्ञान मिटेगा, हनेरा जाएगा। भाई साहब कहंदे जिवें ज्ञान गुरु दा वड्डा, ध्यान गुरु दा चरनां दा वड्डा। भाई साहब कहंदे सकल धर्म में गृहस्थ प्रधान है। कहंदे जिन्ने दुनिया दे धर्म फिरके ने सारियां चों वड्डी प्रधानता गृहस्थ धर्म दी है। गृहस्थ धर्म दी इन्नी वड्डी गृहस्थ नूं प्रधानता इन्ने एग्जाम्पल दे के भाई साहब समझाउंदे ने, क्योंकि जिन्ने धर्म ने वो गृहस्थ दियां शाखावां ने। गृहस्थी नूं पासे कर दिओ, पिछे कख भी नहीं बचदा। सारियां दा मोढे गृहस्थी। गृहस्थी दे घरे अनाज भी कमाउंदा है, पकाउंदा है, ते किसी मंगते दा, किसी फकीर दा तन भी टकदा है, उहदा पेट भी भरदा है, किसी नूं थोड़ा किसी नूं बहुता। और जे सारे ही भिक्षु हो जान, सारे ही जंगलां चले जान, घर परिवार सारे ही छड्ड देण, ते जरा क ध्यान मार के वेखो ते फिर बनेगा कि अगे ना परिवार वधन ते ना संसार वधे, ना कोई लंगर चले, ना कोई कुछ होवे। सारे मंगते ही हो जाणगे, क्योंकि करना कुछ नहीं। जंगलों च जाके बैठ के उत्थे केड़ी किरत करोगे? किरत करोगे तो संसार च उतरना पवेगा, वो छड्डना पवेगा सारा कुछ। किरत करनी पएगी, वाही करनी पएगी, और कारोबार दे लई कोई दो चार बुलाने भी पैणगे, वो तो काम नहीं करना। फिर जाना किहड़ी पासे आ? सारियां दा मुੱਢ गृहस्थ धर्म में। महाराज सच्चे पातशाह कहंदे ने गृहो तज जो बन खंड जाइए। गृहस्थ धर्म नूं छड्ड के जंगलां विच चले गए। चुन खाइए, कंधा कंद मूल चुन चुन के खांदे, क्योंकि उत्थे रोटी तां मिलदी नहीं, प्रशादा तां मिलदा नहीं, ते आपदे कोल है नहीं राशन पानी। ये मिलेगा तो गृहस्थियां तो आके मिलेगा, किरत विरत करके मिलेगा। चुन खाइए कंधा, और कहन लगे अजहू बेकार ना छोड़ई। पापी मन मंदा जंगलों विच भी जाके कामनावां ने और खेड़ा नहीं छड्डिया, वासनावां ने खेड़ा नहीं छड्डिया, फुरनिया ने खेड़ा नहीं छड्डिया, ख्यालां ने खेड़ा नहीं छड्डिया। कहन लगे सर्वोत्तम है और गृहस्थ धर्म है। गुरमत ने एक कदे नहीं कहा कि परिवार छड़ दे, घर बार छड़ दे, फिर तेनू रब मिलेगा। साडे गुरु ने, गुरु नानक निरंकारी महाराज ने आप जिहड़ा परिवारक जीवन बिताया और संसार नू भी सुधारिया, ते सानू दसिया भी सब कुछ किवें करना है, रब नाल मिलना है। ते उन्होंने नौकरी करके भी दसिया। नौकरी कीती है जी सुल्तानपुर लोधी महाराज ने, और जाके नवाब दे कोल मोदी खाने ते एक हट ते बैठ के रब नू किवें पा सकदा है, वो भी सानू दसिया। फिर बाबे ने करतारपुर बैठ के 18 साल खेती की लगभग, और खेती की आप भी ते नाल सिखां नू भी खेती करन लाया, जाच सिखाई आप भी। और जेड़ी सी फसलवाड़ी बीजनी कटनी किरत करनी, आप भी नाल लंगर विच सेवा करनी, दूजियां नू भी लाउणी। गुरु ने हर गल सिख नू कहण तो पहला हर कमा के दसीए। सरगुण स्वरूप आए ही इसे लिए सी कि सानू प्रैक्टिकल साडे सामने करके दिखाउण, कि किते डोल ना जावी, किते ना आखी मैं किवें करा। वो सब कुछ करके देखे दिखाया।
ਪਰਿਵਾਰ ਦੇ ਵਿੱਚ ਰਹਿ ਕੇ, ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਨੂੰ ਕਿਵੇਂ ਪਾਈਦਾ ਹੈ, ਔਰ ਉਹ ਸਾਨੂੰ ਸਿਖਾਇਆ। ਤੇ ਇਸ ਕਰਕੇ ਭਾਈ ਸਾਹਿਬ ਨੇ ਕਿਹਾ, ਗੁਰਮਤਿ ਨੇ ਕਿਹਾ, ਗੁਰੂ ਨੇ ਕਿਹਾ, ਇਹ ਗ੍ਰਸਤੀ ਨੂੰ ਕਦੇ ਨਾ ਨਿੰਦ। ਇਹ ਮੋਢੀ, ਤੇ ਜਿਹੜਾ ਮੁੱਢ ਨੂੰ ਭੁੱਲ ਜਾਵੇ ਨਾ, ਮੁੱਢ ਨੂੰ ਟੁੱਟ ਜਾਵੇ, ਉਹ ਪੱਤਾ ਸੁੱਕ ਜਾਂਦਾ ਹੈ, ਉਹ ਟਹਿਣੀ ਸੁੱਕ ਜਾਂਦੀ ਏ, ਐਸਤਾ ਐਸਤਾ ਇੱਕ ਦਿਨ ਮੁੱਕ ਜਾਂਦਾ, ਖਤਮ ਹੋ ਜਾਂਦਾ ਹੈ। ਜਿੱਦਣ ਇਹ ਗ੍ਰਸਥ ਆਸ਼ਰਮ ਨੂੰ ਭੁੱਲ ਗਿਆ, ਗ੍ਰਸਥ ਧਰਮ ਨੂੰ ਭੁੱਲ ਗਿਆ, ਉਦਨ ਮੁੱਕ ਜਾਵੇਂਗਾ, ਟੁੱਟ ਜਾਵੇਂਗਾ, ਸੁੱਕ ਜਾਵੇਂਗਾ, ਖਤਮ ਹੋ ਜਾਏਗਾ। ਸਰਬੋਤਮ ਇਹ ਕਦੇ ਵੀ ਤੇਰੇ ਮੂੰਹ ਇਹ ਨਾ ਦੀ ਮਾੜੀ ਵਾਸਤੇ ਬੋਲ ਨਾ ਨਿਕਲਣ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਸਾਨੂੰ ਇਹ ਬਚਨਾਂ ਦੁਆਰਾ ਸਮਝਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਮਿਹਰ ਕਰਨ, ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਸਮਤ ਦਾ ਦਾਨ ਬਖਸ਼ ਕਰਨ, ਗੁਰਮਤਿ ਸਾਡੇ ਸਮਝ ਆਵੇ, ਗਿਆਨ ਸਾਡੇ ਹਿਰਦਿਆਂ ਅੰਦਰ ਵਸੇ, ਸਾਡਾ ਆਇਆ ਹੋਇਆ ਸਫਲਾ ਹੋ ਸਕੇ ਜੀ। ਬੇਅੰਤ ਭੁੱਲਾਂ ਦੀ ਖਿਮਾ ਸੰਖੇਪ ਰੂਪ 'ਚ ਆਪ ਦੇ ਸਮਕਸ਼ ਵਿਚਾਰ ਰੱਖਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਕੀ ਸੰਗਤ, ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤ ਬੁੱਧੀ ਬਖਸ਼ ਕਰਿਆ ਜੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ